बिस्मिल्लाहिर्रहमानिर्रहीम। अस्सलामुअलैकुम। मैं ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਮੇਰੀ ਵੀਡੀਓ ਵੇਖਣ ਵਾਸਤੇ ਆਪਣਾ ਕੀਮਤੀ ਟਾਈਮ ਕੱਢਿਆ। ਇੱਕ ਦਫਾ ਹਜ਼ੂਰ ਸੱਲੱਲਾਹੁ अलैहि वसल्लम ਦੇ ਕੋਲ ਇੱਕ ਆਦਮੀ ਆਇਆ ਤੇ ਆ ਕੇ ਕਹਿੰਦਾ, ਐ ਅੱਲਾ ਦੇ ਰਸੂਲ, ਮੇਰੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ। ਮੈਂ ਜਿੰਨਾ ਮਰਜ਼ੀ ਕਮਾ ਲਵਾਂ, ਜਿੰਨੇ ਮਰਜ਼ੀ ਪੈਸੇ ਲੈ ਆਵਾਂ, ਪੈਸਿਆਂ ਦੇ ਵਿੱਚ ਕੋਈ ਹਰਕਤ ਬਰਕਤ ਨਹੀਂ ਹੁੰਦੀ ਤੇ ਸਾਰੇ ਖਾਧੇ ਜਾਂਦੇ ਨੇ, ਲੇਕਿਨ ਮੇਰੇ ਖਰਚੇ ਫਿਰ ਵੀ ਪੂਰੇ ਨਹੀਂ ਹੁੰਦੇ। ਹਜ਼ੂਰ ਸੱਲੱਲਾਹੁ अलैहि वसल्लम ਨੇ ਉਹਨੂੰ ਕਿਹਾ ਵੀ ਜਿਹੜਾ ਤੇਰਾ ਘਰ ਹੈ, ਉਹਨੂੰ ਬਾਹਰ ਵਾਲਾ ਮੇਨ ਦਰਵਾਜ਼ਾ ਲੱਗਾ ਹੈ? ਉਸਨੇ ਕਿਹਾ ਵੀ ਦਰਵਾਜ਼ਾ ਤਾਂ ਨਹੀਂ ਲੱਗਾ। ਹਜ਼ੂਰ ਸੱਲੱਲਾਹੁ अलैहि वसल्लम ਨੇ ਕਿਹਾ, ਤੂੰ ਘਰ ਜਾ ਤੇ ਇੱਕ ਮੋਟੀ ਚਾਦਰ ਲੈ, ਦਬੀਜ਼ ਤਹਿ ਵਾਲੀ, ਤੇ ਉਹਨੂੰ ਆਪਣੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਜਾ ਕੇ ਤੇ ਇੱਕ ਪਰਦੇ ਦੀ ਸ਼ਕਲ ਬਣਾ ਕੇ ਤੇ ਲਟਕਾ ਦੇ। ਉਹ ਬੰਦਾ ਗਿਆ ਘਰ ਤੇ ਉਹਨੇ ਇੱਕ ਅੱਛੀ ਜੀ ਚਾਦਰ ਲੈ ਕੇ ਤੇ ਆਪਣੇ ਦਰਵਾਜ਼ੇ ਦੇ ਸਾਹਮਣੇ ਲਟਕਾ ਦਿੱਤੀ। ਉਹ ਐਸੀ ਚਾਦਰ ਸੀ ਵੀ ਜਿਹੜੀ ਮੋਟੀ ਸੀ ਤੇ ਹਵਾ ਨਾਲ ਵੀ ਅੱਗੇ ਪਿੱਛੇ ਨਹੀਂ ਸੀ ਹੁੰਦੀ। ਚੰਦ ਦਿਨ ਗੁਜ਼ਰ ਗਏ ਤੇ ਉਸ ਆਦਮੀ ਦੇ ਹਾਲਾਤ ਜਿਹੜੇ ਨੇ ਪਹਿਲੇ ਦੀ ਨਿਸਬਤ ਕੁਝ ਅੱਛੇ ਹੋਣ ਲੱਗ ਪਏ। ਉਹ ਬਹੁਤ ਖੁਸ਼ ਹੋਇਆ ਤੇ ਹਜ਼ੂਰ ਸੱਲੱਲਾਹੁ अलैहि वसल्लम ਦੇ ਕੋਲ ਆਇਆ ਤੇ ਬੜੀ ਖੁਸ਼ੀ ਨਾਲ ਆਣ ਕੇ ਦੱਸਿਆ, ਐ ਅੱਲਾ ਦੇ ਰਸੂਲ, ਜਿਵੇਂ ਤੁਸੀਂ ਕਿਹਾ ਸੀ, ਮੈਂ ਇੱਕ ਮੋਟੀ ਤਹਿ ਵਾਲੀ ਚਾਦਰ ਲਈ ਸੀ ਤੇ ਉਹਨੂੰ ਆਪਣੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਲਟਕਾ ਦਿੱਤਾ ਸੀ, ਜਿਹੜੀ ਹਵਾ ਨਾਲ ਵੀ ਜ਼ਿਆਦਾ ਅੱਗੇ ਪਿੱਛੇ ਨਹੀਂ ਸੀ ਹੁੰਦੀ। ਅਗਰ ਥੋੜੀ ਘਣੀ ਅੱਗੇ ਪਿੱਛੇ ਹੋ ਵੀ ਜਾਂਦੀ ਸੀ ਤੇ ਉਹ ਜਲਦੀ ਨਾਲ ਠੀਕ ਹੋ ਜਾਂਦੀ ਸੀ। ਤੇ ਮੇਰੇ ਹਾਲਾਤ ਪਹਿਲੇ ਦੀ ਨਿਸਬਤ ਬਹੁਤ ਅੱਛੇ ਹੋ ਗਏ ਨੇ ਤੇ ਮੈਂ ਇਸ ਚੀਜ਼ ਤੇ ਬਹੁਤ ਖੁਸ਼ ਹਾਂ। ਮੈਂ ਇਹ ਜਾਣਨਾ ਚਾਹਨਾ ਵੀ ਇਹਦੇ ਵਿੱਚ ਕੀ ਰਾਜ਼ ਹੈ, ਵੀ ਪਹਿਲੇ ਮੇਰੇ ਹਾਲਾਤ ਠੀਕ ਨਹੀਂ ਸੀ ਤੇ ਜਦੋਂ ਪਰਦਾ ਮੈਂ ਲਟਕਾ ਦਿੱਤਾ ਹੈ ਤੇ ਉਸ ਤੋਂ ਬਾਅਦ ਮੇਰੇ ਹਾਲਾਤ ਪਹਿਲੇ ਦੀ ਨਿਸਬਤ ਬਹੁਤ ਹੀ ਅੱਛੇ ਹੋ ਗਏ। ਹਜ਼ੂਰ ਸੱਲੱਲਾਹੁ अलैहि वसल्लम ਨੇ ਕਿਹਾ, ਜਦੋਂ ਤੇਰਾ ਪਰਦਾ ਨਹੀਂ ਸੀ ਹੁੰਦਾ ਤੇ ਦਰਵਾਜ਼ਾ ਖੁੱਲਾ ਹੁੰਦਾ ਸੀ। ਬਾਹਰੋਂ ਜਦੋਂ ਕੋਈ ਬੇਨਮਾਜ਼ ਉੱਥੋਂ ਦੀ ਗੁਜ਼ਰਦਾ ਸੀ ਤੇ ਉਹਦੀ ਨਜ਼ਰ ਤੇਰੇ ਘਰ ਦੇ ਸਾਹਮਣੇ ਤੱਕ ਚਲੀ ਜਾਂਦੀ ਸੀ, ਤੇ ਜਦੋਂ ਉਹਦੀ ਨਜ਼ਰ ਸਾਹਮਣੇ ਚਲੀ ਜਾਂਦੀ ਸੀ ਤੇ ਉਹਦੀ ਨਹੂਸਤ ਦੀ ਵਜ੍ਹਾ ਨਾਲ ਤੇਰੇ ਘਰ ਦੇ ਵਿੱਚ ਜਿੰਨੀ ਬਰਕਤ ਹੁੰਦੀ ਸੀ ਉਹ ਖਤਮ ਹੋ ਜਾਂਦੀ ਸੀ ਤੇ ਮਜ਼ੀਦ ਬਰਕਤ ਨਹੀਂ ਸੀ ਆਉਂਦੀ। ਜਦੋਂ ਦਾ ਤੂੰ ਪਰਦਾ ਲਟਕਾ ਦਿੱਤਾ ਹੈ ਤੇ ਹੁਣ ਬਾਹਰੋਂ ਕੋਈ ਬੰਦਾ ਜਿਹੜਾ ਬੇਨਮਾਜ਼ ਉੱਥੋਂ ਗੁਜ਼ਰਦਾ ਹੀ ਨਹੀਂ ਦਾ, ਅਗਰ ਕੋਈ ਬੰਦਾ ਉੱਥੋਂ ਗੁਜ਼ਰਦਾ ਹੈ ਤੇ ਉਹਦੀ ਨਜ਼ਰ ਪਰਦੇ ਦੀ ਵਜ੍ਹਾ ਤੋਂ ਘਰ ਦੇ ਅੰਦਰ ਦਾਖਲ ਨਹੀਂ ਹੁੰਦੀ। ਇਸ ਵਜ੍ਹਾ ਤੋਂ ਅੱਲਾ ਦੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਦਿਨ ਬ ਦਿਨ ਤੇਰੇ ਹਾਲਾਤ ਠੀਕ ਹੋ ਗਏ। ਉਹ ਆਦਮੀ ਜਿਹੜਾ ਇਹ ਗੱਲ ਸੁਣ ਕੇ ਘਰ ਨੂੰ ਆ ਜਾਂਦਾ ਹੈ ਤੇ ਆਣ ਕੇ ਤੇ ਆਪਣੇ ਘਰ ਦੇ ਸਾਰੇ ਜੀਆਂ ਨੂੰ ਇਹ ਗੱਲ ਦੱਸਦਾ ਹੈ ਵੀ ਬੇਨਮਾਜ਼ੀ ਦੀ ਇੰਨੀ ਨੁਸਰਤ ਹੁੰਦੀ ਹੈ ਵੀ ਅਗਰ ਉਹਦੀ ਨਜ਼ਰ ਘਰ ਦੇ ਅੰਦਰ ਵੀ ਦਾਖਲ ਹੋ ਜਾਏ ਤੇ ਇਹਦੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਸਕਦੀ ਹੈ। ਤੇ ਮੇਰੇ ਭਾਈਓ, ਜਿਹੜੇ ਘਰ ਦੇ ਅੰਦਰ ਹੀ ਬੇਨਮਾਜ਼ ਮੌਜੂਦ ਹੋਣ ਤੇ ਉਹ ਦਿਨ ਰਾਤ ਜਿੰਨਾ ਮਰਜ਼ੀ ਕੰਮ ਕਰਦੇ ਰਹਿਣ, ਜਿੰਨੀਆਂ ਜਿੰਨੀਆਂ ਮਰਜ਼ੀ ਉਹਨਾਂ ਦੀਆਂ ਤਨਖਾਹਾਂ ਹੋਣ, ਤੇ ਉਸ ਘਰ ਦੇ ਵਿੱਚ ਬਰਕਤ ਕਿਵੇਂ ਆ ਸਕਦੀ ਹੈ? ਅੱਜ ਘਰਾਂ ਦੇ ਘਰ ਜਿਹੜੇ ਨੇ ਇਸ ਪਰੇਸ਼ਾਨੀ ਦੇ ਵਿੱਚ ਮੁਬਤਲਾ ਨੇ। ਕੋਈ ਆਪਣੇ ਬਿੱਲਾਂ ਦਾ ਰੋਣਾ ਰੋ ਰਿਹਾ ਹੈ ਵੀ ਮੈਨੂੰ ਬਹੁਤ ਜ਼ਿਆਦਾ ਬਿੱਲ ਆ ਗਿਆ ਹੈ, ਇਹਦੀ ਵਜ੍ਹਾ ਤੋਂ ਮੇਰੇ ਘਰ ਦੇ ਵਿੱਚ ਗਰੀਬੀ ਹੈ। ਕੋਈ ਬਿਮਾਰੀ ਦਾ ਰੋਣਾ ਰੋ ਰਿਹਾ ਹੈ, ਉਹ ਕਹਿ ਰਿਹਾ ਵੀ ਮੇਰੇ ਜਿਹੜੇ ਅਫਰਾਦ ਨੇ ਉਹ ਕਦੀ ਕੋਈ ਬਿਮਾਰ ਹੋ ਜਾਂਦਾ ਹੈ, ਕਦੀ ਕੋਈ ਬਿਮਾਰ ਹੋ ਜਾਂਦਾ ਹੈ। ਕੋਈ ਕੇਸਾਂ ਦਾ ਦੱਸਦਾ ਹੈ ਪਿਆ। ਇਹਦੇ ਤੋਂ ਇਲਾਵਾ ਵੀ ਉਹ ਕਾਫੀ ਮਜਬੂਰੀਆਂ ਨੇ ਜਿਹੜੀਆਂ ਉਹ ਜ਼ਾਹਿਰ ਕਰ ਰਿਹਾ ਹੈ। ਲੇਕਿਨ ਉਹ ਹਜ਼ੂਰ ਸੱਲੱਲਾਹੁ अलैहि वसल्लम ਦੀ ਇਸ ਗੱਲ ਵੱਲ ਤਵੱਜੋ ਨਹੀਂ ਦਿੰਦਾ ਵੀ ਸਾਡੇ ਤਾਂ ਸਾਰੇ ਘਰ ਦੇ ਜੀ ਬੇਨਮਾਜ਼ ਨੇ ਤੇ ਸੁਬਹ ਤਾਂ ਅਕਸਰ ਹੀ ਨਮਾਜ਼ਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ।
ਇਹਦੀ ਵਜ੍ਹਾ ਨਾਲ ਘਰਾਂ ਦੇ ਵਿੱਚ ਜਿਹੜੀ ਬੇਰੌਣਕੀ ਹੈ, ਬਰਕਤ ਖਤਮ, ਮਹਿੰਗਾਈ ਦਾ ਜ਼ੋਰ ਹੈ ਤੇ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦਾ ਨਜ਼ੂਲ ਹੈ, ਅੱਲਾ ਦੀਆਂ ਰਹਿਮਤਾਂ ਜਿਹੜੀਆਂ ਨੇ ਉਹ ਬੰਦ ਨੇ। ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਵੀ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਆਪਣੇ ਦਿਮਾਗ ਤੋਂ ਉਤਾਰ ਦਈਏ ਤੇ ਨਮਾਜ਼ ਦੀ ਪਾਬੰਦੀ ਕਰ ਲਈਏ। ਇਨਸ਼ਾਅੱਲਾ ਮੇਰਾ ਇਹ ਦਾਅਵਾ ਹੈ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਜਿਹੜਾ, ਉਹ 100 ਨਹੀਂ ਬਲਕਿ 101% ਠੀਕ ਤੇ ਦਰੁਸਤ ਸਾਬਤ ਹੋਵੇਗਾ ਇਨਸ਼ਾਅੱਲਾ। अस्सलाम वालेकुम।